Hello everyone, this is Anmol Boparai, Managing Director of Canadian Immigration Consultancy Jalandhar and also a member of ICCRC Canada. Today we're going to talk about refusal cases, especially for study permit. Whenever you submit any study permit application, it is processed according to Immigration Refugee Protection Act 216. ਉਹਦੇ ਜੋ ਵੀ ਰੂਲਸ ਰੈਗੂਲੇਸ਼ਨ ਨੇ ਆਫਿਸਰ ਸਾਰਾ ਕੁਝ ਚੈੱਕ ਕਰਦਾ ਵੀ ਤੁਸੀਂ ਉਹਨਾਂ ਦੇ ਅਕੋਰਡਿੰਗਲੀ ਫਾਈਲ ਸਬਮਿਟ ਕੀਤੀ ਹੈ, ਤੁਹਾਡੇ ਸਾਰੇ ਡਾਕੂਮੈਂਟਸ ਉਹਦੇ ਹਿਸਾਬ ਨਾਲ ਅਲਾਈਨ ਨੇ ਐਂਡ ਦੈਨ ਓਨਲੀ ਆਫਿਸਰ ਤੁਹਾਡੀ ਐਪਲੀਕੇਸ਼ਨ ਦੇ ਡਿਸੀਜਨ ਲੈਂਦਾ। ਕਾਫੀ ਵਾਰ ਜਿਹੜੇ ਰਿਫਿਊਜ਼ਲ ਕੇਸਿਸ ਜਦੋਂ ਵੀ ਮੇਰੇ ਕੋਲ ਸਾਹਮਣੇ ਆਉਂਦੇ ਨੇ ਤਾਂ ਆਈ ਆਸਕ ਦੈਮ ਡੂ ਯੂ ਹੈਵ ਦ ਰਿਫਿਊਜ਼ਲ ਲੈਟਰ, ਤੁਹਾਡੇ ਕੋਲ ਰਿਫਿਊਜ਼ਲ ਲੈਟਰ ਹੈਗੀ ਆ, ਤੁਸੀਂ ਕਿਹੜੇ ਡਾਕੂਮੈਂਟਸ ਆਪਣੇ ਸਬਮਿਟ ਕੀਤੇ ਸੀ, ਸੋ ਵੀ ਨੀਡ ਦੈਟ ਕਾਪੀ। ਸੋ ਵੈਨਐਵਰ ਆਈ ਕਮ ਅਕ੍ਰੋਸ ਐਨੀ ਰਿਫਿਊਜ਼ਲ ਕੇਸ, ਜਦੋਂ ਵੀ ਸਾਡੇ ਕੋਲ ਸਟੂਡੈਂਟ ਆਉਂਦੇ ਨੇ ਉਹਨਾਂ ਦੀ 1 2 3 ਕਿੰਨੀਆਂ ਵੀ ਰਿਫਿਊਜ਼ਲਸ ਨੇ, ਤਾਂ ਮਾਈ ਫਰਸਟ ਕੁਐਸਚਨ ਇਜ਼ ਡੂ ਯੂ ਹੈਵ ਦ ਰਿਫਿਊਜ਼ਲ ਲੈਟਰ। ਇਫ ਦੇ ਸੇ ਯੈਸ ਇਟ ਇਜ਼ ਗੁੱਡ, ਮੈਨੂੰ ਦੇਖਣਾ ਪੈਂਦਾ ਵੀ ਉਹ ਆਫਿਸਰ ਨੇ ਕਿਹੜੀ ਚੀਜ਼ 'ਤੇ ਉਹਨੇ ਓਬਜੈਕਸ਼ਨ ਲਗਾਈ ਆ, ਕਿਉਂ ਫਾਈਲ ਉਹਨੇ ਸਭ ਹੋ ਰਿਫਿਊਜ਼ ਹੋਈ ਸੀਗੀ। ਐਂਡ ਆਈ ਆਲਸੋ ਨੀਡ ਦੋ ਸਪੋਰਟਿੰਗ ਡਾਕੂਮੈਂਟਸ। ਸੋ ਜਦੋਂ ਵੀ ਤੁਸੀਂ ਕੋਈ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਲਾਉਣੀ ਆ, ਮੇਕ ਸ਼ੋਰ ਹੂਐਵਰ ਕੰਸਲਟੈਂਟ ਯੂ ਆਰ ਗੋਇੰਗ ਥਰੂ ਤੁਹਾਨੂੰ ਹਰ ਇੱਕ ਚੀਜ਼ ਦੀ ਕਾਪੀ ਦੇਵੇ, ਕਿਹੜੇ ਤੁਸੀਂ ਫਾਰਮ ਫਿਲ ਕੀਤੇ ਨੇ, ਕਿਹੜੇ ਤੁਸੀਂ ਨਾਲ ਸਪੋਰਟਿੰਗ ਡਾਕੂਮੈਂਟਸ ਲਾਏ ਨੇ। ਅਗਰ ਬਾਈ ਚਾਂਸ ਤੁਹਾਡੀ ਪ੍ਰੋਫਾਈਲ ਕਦੀ ਤੁਹਾਡੇ ਉਹਨਾਂ ਦੇ ਸਟੈਂਡਰਡ ਦੇ ਹਿਸਾਬ ਨਾਲ ਨਹੀਂ ਹੁੰਦੀ, ਤਾਂ ਅਗਰ ਤੁਹਾਡਾ ਫਾਈਲ ਰਿਫਿਊਜ਼ ਹੋ ਜਾਂਦੀ ਆ, ਤਾਂ ਜਦੋਂ ਤੁਸੀਂ ਰੀਅਪਲਾਈ ਕਰਨਾ ਆ, ਦੋਜ਼ ਡਾਕੂਮੈਂਟਸ ਗੋਨਾ ਬੀ ਰੀਅਲੀ ਹੈਲਪਫੁਲ। ਲਾਸਟ ਵੀਕ ਮੇਰੇ ਕੋਲ ਇੱਕ ਸਟੂਡੈਂਟ ਆਇਆ ਸੀ, ਮੈਂ ਉਹਨੂੰ ਕਿਹਾ ਤੁਹਾਡੀ ਰਿਫਿਊਜ਼ਲ ਲੈਟਰਸ, ਐਂਡ ਹੀ ਸੈਡ ਹੀ ਹੈਜ਼ 3 ਰਿਫਿਊਜ਼ਲਸ। ਉਹਨਾਂ ਦੀਆਂ ਹੁਣ ਤੱਕ ਹੀ ਹੈਜ਼ ਬੀਨ ਟਰਾਈਂਗ ਫॉर ਸਟੱਡੀ ਪਰਮਿਟ ਸਿੰਸ 2019। ਉਹਨਾਂ ਦੀ 3 ਰਿਫਿਊਜ਼ਲਸ ਨੇ ਔਰ ਛੋਟੀਆਂ ਨਿੱਕੀਆਂ ਗਲਤੀਆਂ ਨੇ ਜਿਹੜੀਆਂ ਉਹਨਾਂ ਨੇ ਫਾਈਲ ਵਿੱਚ ਨਹੀਂ ਸੀ ਪ੍ਰੋਪਰਲੀ ਕਰੈਕਟ ਕੀਤੀਆਂ, ਡਾਕੂਮੈਂਟਸ ਨਹੀਂ ਸੀ ਸਬਮਿਟ ਕੀਤੇ, ਉਸ ਦੇ ਕਰਕੇ ਫਾਈਲ ਰਿਫਿਊਜ਼ਲ ਆਉਂਦੀ ਹੈ। ਮੋਸਟ ਆਫ ਦ ਕੇਸਿਸ ਇੱਦਾਂ ਹੁੰਦਾ ਵੀ ਤੁਹਾਡਾ ਇਹਦੇ ਬਾਰੇ ਫੇਰ ਗੱਲ ਕਰਦੇ। ਫਸਟ ਆਫ ਆਲ ਲੈਟ ਮੀ ਟੈਲ ਯੂ ਦ ਮੇਨ ਰੀਜ਼ਨ। ਜਦੋਂ ਵੀ ਤੁਸੀਂ ਸਟੱਡੀ ਪਰਮਿਟ ਐਪਲੀਕੇਸ਼ਨ ਸਬਮਿਟ ਕਰਨੀ ਹੈ ਤਾਂ ਤੁਸੀਂ ਜਿਹੜਾ ਕੋਰਸ ਅੱਗੇ ਲਿਆ, ਇਟ ਸ਼ੁੱਡ ਬੀ ਰੈਲੇਵੈਂਟ ਟੂ ਵਟ ਐਵਰ ਯੂ ਸਟੱਡੀਡ ਇਨ ਦ ਪਾਸਟ। ਅਗਰ ਤੁਸੀਂ ਇੰਡੀਆ ਲੈਟਸ ਸਪੋਜ਼ ਕਾਮਰਸ ਦੀ ਸਟੱਡੀ ਕੀਤੀ ਆ, ਆਰਟਸ ਦੀ ਕੁਛ ਕੀਤੀ ਆ, ਤਾਂ ਤੁਸੀਂ ਅਗਰ ਕਹੋ ਤੁਸੀਂ ਕੰਪਿਊਟਰ ਇੰਜੀਨੀਅਰਿੰਗ ਕਰਨ ਚੱਲੇ ਹੋ, ਮਕੈਨੀਕਲ ਇੰਜੀਨੀਅਰਿੰਗ ਕਰਨ ਚੱਲੇ ਹੋ, ਤਾਂ ਰਾਈਟ ਅਵੇ ਆਫਿਸਰ ਨੂੰ ਉਹਦੇ ਮਨ ਇੱਕ ਡਾਊਟ ਹੁੰਦਾ ਵੀ ਇਜ਼ ਦਿਸ ਸਟੂਡੈਂਟ ਐਕਚੁਅਲੀ ਗੋਇੰਗ ਟੂ ਸਟੱਡੀ ਇਨ ਕੈਨੇਡਾ। ਉਹ ਪੜ੍ਹਨ ਨਹੀਂ ਚੱਲਿਆ ਆ ਜਾਂ ਇੱਕ ਜ਼ਰੀਆ ਬਣਾ ਰਿਹਾ ਕੈਨੇਡਾ ਜਾਣ ਦਾ, ਉੱਥੋਂ ਨੇ ਵਾਪਸ ਆਉਣਾ ਜਾਂ ਨਹੀਂ ਆਉਣਾ, ਉਹ ਬਾਅਦ ਵਿੱਚ ਟਾਈਮ ਡਿਸਾਈਡ ਕਰਦਾ ਹੈ। ਜਦ ਤੱਕ ਆਫਿਸਰ ਨੂੰ ਯਕੀਨ ਨਹੀਂ ਹੁੰਦਾ ਵੀ ਤੁਹਾਡੀ ਪੁਰਾਣੀ ਸਟੱਡੀ ਅਗਲੀ ਸਟੱਡੀ ਨਾਲ ਰੈਲੇਵੈਂਟ ਹੈ, ਤੁਹਾਡੇ ਸਪੋਰਟਿੰਗ ਡਾਕੂਮੈਂਟਸ ਹੈਗੇ ਨੇ, ਤੁਹਾਡੇ ਕੋਈ ਮਾਰਕਸ਼ੀਟ ਮਿਸਿੰਗ ਤਾਂ ਨਹੀਂ ਹੈਗੀ, ਤੁਹਾਡਾ ਸਕੋਰ ਕਿੰਨਾ ਆਇਆ ਸੀਗਾ ਪਾਸਟ ਸਟੱਡੀਜ਼ ਤੋਂ, ਅਗਲਾ ਕੋਰਸ ਉਹਦੇ ਨਾਲ ਰੈਲੇਵੈਂਟ ਹੈ, ਤੁਹਾਡੀ ਸਟੱਡੀਜ਼ ਐਗਜ਼ੈਕਟ ਮੈਚ ਕਰਦੀਆਂ ਨੇ, ਤਾਂ ਦੇਰ ਹਾਇਰ ਚਾਂਸਿਸ ਯੋਰ ਵੀਜ਼ਾ ਗੋਨਾ ਬੀ ਅਪਰੂਵਡ। ਬਟ ਅਗਰ ਸਟਰੀਮ ਟੋਟਲੀ ਡਿਫਰੈਂਟ ਹੋ ਗਿਆ ਤਾਂ ਦੈਨ ਇਟ ਇਜ਼ ਵੈਰੀ ਹਾਰਡ ਟੂ ਗੈਟ ਅ ਸਟੱਡੀ ਪਰਮਿਟ। ਅਗੇਨ ਤੁਸੀਂ ਪ੍ਰੋਪਰ ਜੋ ਵੀ ਪਹਿਲਾਂ ਪੜ੍ਹੇ ਹੋ, ਇੱਕ ਜ਼ਰੂਰ ਧਿਆਨ ਰੱਖਣਾ ਵੀ ਜੋ ਵੀ ਤੁਸੀਂ ਸਟੱਡੀ ਕੀਤੀ ਆ, ਕਦੀ ਵੀ ਉਹਦੀਆਂ ਮਾਰਕਸ਼ੀਟ ਮਿਸਿੰਗ ਨਹੀਂ ਹੋਣੀ ਚਾਹੀਦੀਆਂ। ਜਿੱਦਾਂ ਇਹ ਸਟੂਡੈਂਟ ਦੀ ਗੱਲ ਕਰੀਏ, ਇਨ ਵਨ ਆਫ ਹਿਸ ਰਿਫਿਊਜ਼ਲ ਲੈਟਰ ਇਟ ਸੇਜ਼ ਤੁਹਾਡੀ ਮਿਸਿੰਗ ਮਾਰਕਸ਼ੀਟਸ ਨੇ। ਸੋ ਅਗਰ ਤੁਸੀਂ ਪ੍ਰੋਪਰ ਉਹਨੂੰ ਆਫਿਸਰ ਨੂੰ ਐਕਸਪਲੇਨ ਹੀ ਨਹੀਂ ਕਰ ਪਾਉਂਦੇ, ਤੁਸੀਂ ਅਗਰ ਆਫਿਸਰ ਪ੍ਰੋਪਰ ਦੇਖ ਹੀ ਨਹੀਂ ਪਾਉਂਦਾ ਵੀ ਤੁਸੀਂ ਕਿਹੜੇ ਡਾਕੂਮੈਂਟ ਨੂੰ ਜਸਟੀਫਾਈ ਕਰ ਰਹੇ ਹੋ ਅੱਗੇ ਪੜ੍ਹਨ ਜਾਣ ਲਈ, ਦੈਨ ਯੋਰ ਕੇਸ ਗੋਨਾ ਬੀ ਰਿਫਿਊਜ਼ਡ। ਸੈਕਿੰਡ ਥਿੰਗ ਇਜ਼ ਯੋਰ ਲੈਂਗੁਏਜ ਅਬਿਲਿਟੀ। ਅਗਰ ਤੁਹਾਡਾ ਇੰਗਲਿਸ਼ ਦਾ ਲੈਂਗੁਏਜ ਜੋ ਵੀ ਤੁਸੀਂ ਟੈਸਟ ਇੰਡੀਆ ਦਿੱਤਾ ਈਜ਼ਰ ਲੱਗਿਆ, ਆਇਲਸ ਆ ਜਾਂ ਹੁਣ PT ਵੀ ਐਕਸੈਪਟ ਕਰਨ ਲੱਗ ਪਿਆ ਕੈਨੇਡਾ, ਅਗਰ ਤੁਹਾਡਾ ਸਕੋਰ ਘੱਟ ਹੈ ਤਾਂ ਮੇਕ ਸ਼ੋਰ ਤੁਸੀਂ ਉਹੀ ਕੋਰਸ ਚੂਜ਼ ਕਰਿਓ ਜਿਹੜੇ ਕਾਲਜ ਦੀ ਰਿਕੁਆਇਰਮੈਂਟ ਨਾਲ ਮੀਟ ਕਰਦਾ ਹੈ। ਸੋ ਅਗਰ ਤੁਸੀਂ ਅੰਡਰ ਗ੍ਰੈਜੂਏਟ ਪ੍ਰੋਗਰਾਮ ਕਰਨ ਚੱਲੇ ਹੋ, ਤਾਂ ਅਗਰ ਤੁਹਾਡੇ ਇੱਕ ਮੋਡਿਊਲ ਵਿੱਚ 5.5 ਬੈਂਡ ਨੇ, ਇਟ ਇਜ਼ ਸਟਿਲ ਓਕੇ। ਅਗਰ ਉਹ ਕਾਲਜ ਤੁਹਾਨੂੰ ਆਫਰ ਦਿੰਦਾ ਹੈ ਤਾਂ ਆਫਿਸਰ ਸਟਿਲ ਤੁਹਾਨੂੰ ਵੀਜ਼ਾ ਦੇ ਸਕਦਾ ਹੈ। ਬਟ if you're going for a post graduation course ਜਾਂ ਤੁਸੀਂ post degree course ਕਰਨ ਚੱਲੇ ਹੋ, make sure you score overall 6.5 with no less than 6 band। ਸੋ ਅਗਰ ਤੁਸੀਂ ਇੰਡੀਆ ਵਿੱਚ ਆਲਰੇਡੀ ਕੋਈ ਡਿਗਰੀ ਡਨ ਕੀਤੀ ਹੈ, ਤਾਂ ਵੀ ਤੁਸੀਂ ਪੋਸਟ ਸੈਕੰਡਰੀ ਤੋਂ ਬਾਅਦ 2-3 ਸਾਲ ਆਲਰੇਡੀ ਪੜ੍ਹ ਲਿਆ ਹੈ। ਸੋ ਇਫ ਯੂ ਗੋਇੰਗ ਫॉर ਅ ਪੋਸਟ ਡਿਗਰੀ ਕੋਰਸ ਜਾਂ ਤੁਸੀਂ ਮਾਸਟਰਸ ਕਰਨ ਚੱਲੇ ਹੋ, ਸੋ ਮੇਕ ਸ਼ੋਰ ਯੋਰ ਲੈਂਗੁਏਜ ਸਕੋਰ ਆਰ ਹਾਇਰ ਦੈਨ ਦੈਟ। ਸੋ ਕਦੇ ਵੀ ਇੱਕ ਵਿੱਚ 5.5 ਬੈਂਡ ਦੇ ਨਾਲ ਤੁਸੀਂ ਕਦੇ ਵੀ ਆਪਣੀ ਪੋਸਟ ਡਿਗਰੀ ਕੋਰਸ ਜਾਂ ਮਾਸਟਰਸ ਕੋਰਸ ਨੂੰ ਨਾ ਅਪਲਾਈ ਕਰੋ। ਇੱਕ ਹੋਰ ਚੀਜ਼ ਧਿਆਨ 'ਚ ਰੱਖੋ, ਅਗਰ ਤੁਹਾਡੀ 5.5 ਬੈਂਡ ਹੈ ਤਾਂ ਤੁਸੀਂ ਅਗਰ ਅੰਡਰ ਗ੍ਰੈਜੂਏਟ ਪ੍ਰੋਗਰਾਮ ਕਰਨ ਵੀ ਚੱਲੇ ਹੋ ਤਾਂ ਗੋ ਫॉर ਅ ਕਾਲਜਸ ਵਿੱਚ ਆਫਰ ਲੈਟਰ ਐਜ਼ ਕੰਪੇਅਰ ਟੂ ਯੂਨੀਵਰਸਿਟੀ ਥੋੜੀ ਈਜ਼ੀਅਰ ਮਿਲ ਜਾਂਦੀ, ਤੁਹਾਨੂੰ ਈਜ਼ੀ ਤਰੀਕੇ ਨਾਲ ਮਿਲੇਗੀ ਔਰ ਆਫਿਸਰ ਵੀ ਜਿਹੜਾ ਤੁਹਾਨੂੰ ਵੀਜ਼ਾ ਜ਼ਰੂਰ ਪ੍ਰੋਵਾਈਡ ਕਰੇਗਾ। ਬਟ ਅਗੇਨ ਇਟ ਆਲ ਡਿਪੈਂਡਸ ਤੁਸੀਂ ਨਾਲ ਸਪੋਰਟਿੰਗ ਡਾਕੂਮੈਂਟਸ ਕਿਹੜੇ ਲਾਏ ਆ। ਥਰਡ ਥਿੰਗ ਇਜ਼ ਫਾਈਨੈਂਸ਼ੀਅਲ ਡਾਕੂਮੈਂਟਸ। ਅਗਰ ਤੁਸੀਂ SDS ਪ੍ਰੋਗਰਾਮ ਵਿੱਚ ਫਾਈਲ ਅਸੀਂ ਸਬਮਿਟ ਕਰਨ ਜਾ ਰਹੇ ਤਾਂ ਸਾਰਿਆਂ ਨੂੰ ਹੁਣ ਤੱਕ ਪਤਾ ਹੈ 1 ਸਾਲ ਦੀ ਤੁਹਾਡੀ ਫੀਸ ਜਾਣੀ ਚਾਹੀਦੀ ਹੈ, $10,000 ਦੀ GIC ਹੋਣੀ ਚਾਹੀਦੀ ਆ, ਤਾਂ ਤੁਸੀਂ ਨਾਲ ਤੁਹਾਨੂੰ ਜੋ ਵੀ ਹੈ ਫਾਈਨੈਂਸ਼ੀਅਲ ਡਾਕੂਮੈਂਟਸ ਅਟੈਚ ਕਰਨ ਦੀ ਲੋੜ ਨਹੀਂ ਹੈ। ਬਟ ਇਨ ਆਰ ਆਫਿਸ ਅਸੀਂ ਕਦੀ ਵੀ ਕੋਈ ਵੀ ਪ੍ਰੋਫਾਈਲ ਅਗਰ ਜਦੋਂ ਵੀ ਅਸੀਂ ਅਸੈਸ ਕਰਨੀ ਆ ਤਾਂ ਫਾਈਲ ਸਬਮਿਸ਼ਨ ਵਾਲੇ ਵੀ ਗੋਨਾ ਅਟੈਚ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ। ਆਫਿਸਰ ਦੇ ਕਈ ਵਾਰੀ ਮਨ ਇਹ ਜ਼ਰੂਰ ਡਾਊਟ ਆ ਜਾਂਦਾ ਵੀ ਇਹਨੇ 1 ਸਾਲ ਦੀ ਫੀਸ ਤਾਂ ਪੇ ਕਰ ਦਿੱਤੀ ਹੈ, GIC ਵੀ 1 ਸਾਲ ਦਾ ਜੋ ਵੀ ਰਹਿਣ ਸਹਿਣ ਦਾ ਖਰਚਾ ਪਹੁੰਚ ਚੁੱਕਾ ਹੈ, ਬਟ ਨੈਕਸਟ ਈਅਰ ਦੀ ਫੀਸ ਕਿੱਥੋਂ ਆਏਗੀ?
ਸੋ ਡੂ ਅਟੈਚ ਦੋਸ ਫਾਈਨੈਂਸ਼ੀਅਲ ਡਾਕੂਮੈਂਟ। ਤੁਸੀਂ ਜੋ ਵੀ ਤੁਹਾਡੇ ਪੇਰੈਂਟਸ ਦੇ ਹੋ ਸਕਦੇ ਨੇ, ਤੁਹਾਡੇ ਕੋਲ ਹੋਰ ਇਨਕਮ ਦਾ ਰੀਸੋਰਸ ਹੋ ਸਕਦਾ ਇੰਡੀਆ, ਤੁਸੀਂ ਨਾਲ ਸਪੋਰਟਿੰਗ ਡਾਕੂਮੈਂਟਸ ਲਾਉਣੇ ਹੀ ਲਾਉਣੇ ਨੇ। ਉਹਦੇ ਨਾਲ ਕੀ ਹੈ, ਤੁਹਾਡੇ ਵੀਜ਼ਾ ਚਾਂਸਸ ਜੋ ਰਿਹਾ ਹੋਰ ਹਾਇਰ ਹੋ ਜਾਂਦੇ ਨੇ। ਅਨਦਰ ਥਿੰਗ, ਯੂ ਹੈਵ ਟੂ ਪ੍ਰੂਵ ਟੂ ਦਾ ਆਫਿਸਰ ਜੋ ਤੁਸੀਂ ਪੜ੍ਹਨ ਚੱਲੇ ਹੋ ਉਹਦਾ ਇੰਡੀਆ ਵਿੱਚ ਆ ਕੇ ਤੁਹਾਨੂੰ ਕੀ ਫਾਇਦਾ ਹੋਏਗਾ। ਬਿਕੋਜ਼ ਤੁਹਾਡਾ ਮੇਨ ਮਕਸਦ ਕੈਨੇਡਾ ਸਿਰਫ ਪੜ੍ਹਾਈ ਕਰਨ ਜਾਣ ਦਾ ਹੋਣਾ ਚਾਹੀਦਾ, ਨਾਟ ਜਸਟ ਉਹ ਜ਼ਰੀਆ ਬਣਾਉਣਾ ਕੈਨੇਡਾ ਜਾਣ ਦਾ। ਸੋ ਅਗਰ ਤੁਸੀਂ ਆਫਿਸਰ ਨੂੰ ਪ੍ਰੂਵ ਕਰ ਸਕਦੇ ਹੋ ਵੀ ਤੁਸੀਂ ਇਹ ਕੋਈ ਸਟੱਡੀ ਇੰਡੀਆ ਕੀਤੀ ਹੈ, ਹੁਣ ਇੱਦਾਂ ਦਾ ਕੋਰਸ ਕਰਨ ਚੱਲੇ ਆ, ਉਸ ਤੋਂ ਬਾਅਦ ਤੁਸੀਂ ਇੰਡੀਆ ਆ ਕੇ ਉਹਨੂੰ ਕਿੱਦਾਂ ਤੁਸੀਂ ਤੁਹਾਨੂੰ ਕੀ ਫਾਇਦਾ ਹੋਏਗਾ, ਤੁਸੀਂ ਬਾਅਦ ਵਿੱਚ ਕੀ ਕਰੋਗੇ ਇੰਡੀਆ ਜਾ ਕੇ, ਐਂਡ ਤੁਹਾਡੇ ਫੈਮਿਲੀ ਟਾਈਜ਼ ਵੀ ਇੰਡੀਆ ਵਿੱਚ ਨੇ, ਦੈਨ ਦੇਰ ਆਰ ਹਾਇਰ ਚਾਂਸਸ ਯੋਰ ਸਟੱਡੀ ਵੀਜ਼ਾ ਗੋਨਾ ਬੀ ਅਪਰੂਵਡ। Another thing that helps you to get study permit application is your SOP. SOP is statement of purpose. ਵੀ ਤੁਸੀਂ ਕੈਨੇਡਾ ਪੜ੍ਹਨ ਕੀ ਚੱਲੇ ਹੋ, ਕਿਉਂ ਚੱਲੇ ਹੋ, ਕਿਉਂ ਵਾਪਸ ਆਓਗੇ ਔਰ ਕੀ ਫਾਇਦਾ ਹੋਏਗਾ। ਕਈ ਵਾਰੀ ਕੀ ਹੁੰਦਾ, ਕੁਝ ਕੰਸਲਟੈਂਟਸ ਕਹਿ ਦਿੰਦੇ ਨੇ ਵੀ ਤੁਸੀਂ ਆਪਣੀ ਸਟੇਟਮੈਂਟ ਆਫ ਪਰਪਸ ਆਪ ਲਿਖੋ। ਸਟੂਡੈਂਟਸ ਉਹ ਇੰਨੇ ਜ਼ਿਆਦਾ ਪ੍ਰੋਫੈਸ਼ਨਲ ਨਹੀਂ ਨੇ, ਉਹਨਾਂ ਨੂੰ ਪੂਰੇ ਆਪਣੇ ਜੋ ਵੀ ਥਾਟ ਪ੍ਰੋਸੈਸ ਆ ਉਹਨੂੰ ਸਹੀ ਤਰੀਕੇ ਨਾਲ ਵਰਡਸ ਵਿੱਚ ਪਾ ਕੇ ਆਫਿਸਰ ਨੂੰ ਕਈ ਵਾਰੀ ਸਮਝਾ ਨਹੀਂ ਪਾਉਂਦੇ, ਐਂਡ ਆਫਿਸਰ ਨੂੰ ਥੋੜ੍ਹਾ ਜਿਹਾ ਸ਼ੱਕ ਹੋ ਜਾਂਦਾ ਜਾਂ ਉਹਨੂੰ ਕਦੀ ਪੂਰਾ ਉਹਨੂੰ ਸਮਝ ਨਹੀਂ ਆਉਂਦੀ ਵੀ ਕਿਉਂ ਪੜ੍ਹਨ ਚੱਲੇ ਨੇ, ਪੜ੍ਹ ਕੇ ਵਾਪਸ ਕਿਉਂ ਆਉਣਗੇ। ਸੋ ਵੀ ਐਟ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਸੀ ਵੀ ਮੇਕ ਸ਼ੋਰ ਤੁਹਾਡੀ ਜਿਹੜੀ ਸਟੇਟਮੈਂਟ ਆਫ ਪਰਪਸ ਆ ਉਹ ਅਸੀਂ ਆਪ ਲਿਖਾਂਗੇ। ਅਸੀਂ ਪ੍ਰੋਪਰ ਪ੍ਰੋਫੈਸ਼ਨਲ ਵੇ ਨਾਲ ਉਹਨੂੰ ਸਾਰਾ ਕੁਝ ਲਿਖਦੇ ਹਾਂ। ਜੋ ਵੀ ਤੁਹਾਡੇ ਮਨ ਦੇ ਵਿਚਾਰ ਨੇ, ਤੁਸੀਂ ਜੋ ਵੀ ਆਪਣੇ ਥਾਟਸ ਲੈ ਕੇ ਆਏ ਨੇ, ਜੋ ਤੁਹਾਡੇ ਸਟੱਡੀ ਪਲਾਨ ਹੈ, ਯੂ ਹੈਵ ਟੂ ਟੈਲ ਅਸ। ਅਸੀਂ ਉਹਨੂੰ ਪ੍ਰੋਪਰ ਸਹੀ ਤਰੀਕੇ ਦੇ ਨਾਲ ਬਣਾ ਕੇ ਉਹਨੂੰ ਆਫਿਸਰ ਅੱਗੇ ਪ੍ਰੈਜ਼ੈਂਟ ਕਰਨਾ, ਬਿਕਾਜ਼ SOP ਸ਼ੁੱਡ ਬੀ ਵੈਰੀ ਪ੍ਰੋਫੈਸ਼ਨਲ ਟੂ ਦਾ ਪੁਆਇੰਟ, ਜੋ ਆਫਿਸਰ ਰੀਡ ਕਰੇ ਔਰ ਤੁਹਾਡੀ ਸਟੱਡੀ ਪਰਮਿਟ ਐਪਲੀਕੇਸ਼ਨ ਅਪਰੂਵ ਹੋਵੇ। ਸਮਟਾਈਮ ਜਦੋਂ ਸਟੂਡੈਂਟਸ ਦੀ ਮੇਰੇ ਕੋਲ ਰਿਫਿਊਜ਼ਲ ਲੈਟਰ ਆਉਂਦੇ ਆ, ਆਸ ਟਾਈਮ ਤੁਹਾਡੀ SOP ਹੈਗੀ ਹੈ, ਦੇ ਸੇ ਯੈਸ, ਉਹ 8 ਤੋਂ 10 ਪੇਜ ਦੀ ਲਿਖੀ ਹੁੰਦੀ ਹੈ। ਆਫਿਸਰ ਨੇ ਦਿਨ ਵਿੱਚ 60 to 70 ਫਾਈਲਸ ਚੈੱਕ ਕਰਨੀਆਂ ਨੇ, ਉਹਨਾਂ ਤੇ ਡਿਸੀਜਨ ਲੈਣਾ। ਹੀ ਡਜ਼ਨਟ ਹੈਵ ਦੈਟ ਮਚ ਟਾਈਮ ਵੀ ਤੁਹਾਡੀ 8 ਤੋਂ 10 ਪੇਜ ਦੀ ਸਟੇਟਮੈਂਟ ਆਫ ਪਰਪਸ ਰੀਡ ਕਰੇ। ਆਲ ਯੂ ਨੀਡ ਇਜ਼ 1 to 2 ਪੇजेस ਟੂ ਦਾ ਪੁਆਇੰਟ, ਕੀ ਪੜ੍ਹੇ ਆ, ਕਿਉਂ ਪੜ੍ਹਨ ਚੱਲੇ ਆ, ਕੀ ਫਾਇਦਾ ਹੋਏਗਾ ਔਰ ਇੰਡੀਆ ਵਾਪਸ ਕਿਉਂ ਆਵਾਂਗੇ, ਦੈਟਸ ਇਟ। ਅਗਰ ਤੁਸੀਂ ਇਹ ਪੁਆਇੰਟ ਸਾਰੇ ਜਸਟੀਫਾਈ ਕਰਦੇ ਆ, ਦੈਨ ਦੇਰ ਆਰ ਹਾਇਰ ਚਾਂਸਸ ਯੋਰ ਵੀਜ਼ਾ ਗੋਨਾ ਬੀ ਅਪਰੂਵਡ। ਮੈਂ ਇਹਨਾਂ ਦੀ ਜਿੰਨੀਆਂ ਵੀ ਰਿਫਿਊਜ਼ਲ ਲੈਟਰ ਦੇਖੀਆਂ, ਹਰ ਇੱਕ 'ਤੇ ਸਪੈਸ਼ਲੀ ਇਹ ਲਿਖਿਆ ਗਿਆ ਸੀਗਾ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਮੈਚ ਨਹੀਂ ਕਰਦੀ ਆ, ਤੁਹਾਡੇ ਮਿਸਿੰਗ ਮਾਰਕ ਸ਼ੀਟਸ ਨੇ, ਤੁਸੀਂ ਆਪਣੇ ਫਾਈਨੈਂਸ਼ੀਅਲ ਡਾਕੂਮੈਂਟਸ ਅਟੈਚ ਨਹੀਂ ਕੀਤੇ, ਆਲ ਦੋਸ ਲਾਈਕ ਸਿੰਪਲ ਮਿਸਟੇਕਸ, ਤੁਸੀਂ ਉਹ ਅਗਰ ਤੁਸੀਂ ਕਰੈਕਟ ਕਰ ਸਕਦੇ ਆ ਤਾਂ ਤੁਸੀਂ ਆਫਿਸਰ ਕੋਲ ਵੀਜ਼ਾ ਲੈਣ ਦੇ ਲਈ ਕਾਫੀ ਜ਼ਿਆਦਾ ਚਾਂਸਸ ਵੱਧ ਜਾਂਦੇ ਨੇ। ਵਨ ਮੋਰ ਥਿੰਗ, ਅਗਰ ਤੁਹਾਡੀ ਫਾਈਲ 1 ਵਾਰੀ 2 ਵਾਰੀ 3 ਵਾਰ ਰਿਫਿਊਜ਼ ਹੋ ਗਈ ਆ, ਤਾਂ ਦੇਰ ਇਜ਼ ਵਨ ਥਿੰਗ ਯੂ ਨੀਡ ਟੂ ਡੂ, ਅਪਲਾਈ ਫॉर ਕੇਪ ਨੋਟਸ। ਜਦ ਤੱਕ ਤੁਸੀਂ ਕੇਪ ਨੋਟਸ ਨਹੀਂ ਅਪਲਾਈ ਕਰਦੇ ਤਾਂ ਫਿਰ ਇੱਕ ਵਾਰੀ ਐਪਲੀਕੇਸ਼ਨ ਨਾ ਸਬਮਿਟ ਕਰੋ, ਬਿਕੋਜ਼ ਯੂ ਨੀਡ ਟੂ ਨੋ ਆਫਿਸਰ ਕੀ ਸੋਚ ਕੇ ਤੁਹਾਡੀ ਫਾਈਲ ਨੂੰ ਬਾਰ-ਬਾਰ ਰਿਫਿਊਜ਼ ਕਰ ਰਿਹਾ। ਸੋ ਇਹ ਸਟੂਡੈਂਟ ਦੇ ਮੈਂ ਰਾਈਟ ਅਵੇ ਕੇਪ ਨੋਟਸ ਅਪਲਾਈ ਕਰ ਦਿੱਤੇ। ਵੰਸ ਵੀ ਗੈਟ ਦ ਕੇਪ ਨੋਟਸ, ਦੈਨ ਵੀ ਗੋਨਾ ਗੈਟ ਟੂ ਨੋ ਆਫਿਸਰ ਕੀ ਸੋਚ ਕੇ ਕਿਹੜੇ ਸਬ ਸੈਕਸ਼ਨ ਦੇ ਅਕੋਰਡਿੰਗਲੀ ਇਹ ਸਟੂਡੈਂਟ ਨੂੰ ਸਟੱਡੀ ਪਰਮਿਟ ਲਈ ਇਨਐਲੀਜੀਬਲ ਕਰ ਰਿਹਾ। ਸੋ ਵੀ ਹੈਵ ਟੂ ਫਾਈਟ ਫॉर ਦ ਸਟੱਡੀ ਵੀਜ਼ਾ। ਆਈ ਐਮ ਪ੍ਰੀਟੀ ਸ਼ੋਰ ਵੀ ਵਿਲ ਡੈਫੀਨਿਟਲੀ ਗੈਟ ਦ ਸਟੱਡੀ ਵੀਜ਼ਾ, ਬਿਕਾਜ਼ ਇਹ ਸਟੂਡੈਂਟ ਦੇ ਸਕੋਰ ਹੈ ਓਵਰਆਲ 6.5, ਸਾਰਿਆਂ ਵਿੱਚੋਂ ਉਹਦੇ 6.5 ਨੇ, ਸਿਰਫ ਇੱਕ 'ਚ ਉਹਦੇ 6 ਬੈਂਡ ਨੇ। ਸੋ ਓਵਰਆਲ ਹੀ ਹੈ 6.5। ਦੇਰ ਆਰ ਹਾਇਰ ਚਾਂਸਸ ਇਹਦਾ ਵੀਜ਼ਾ ਆਏਗਾ ਐਜ਼ ਲੌਂਗ ਐਜ਼ ਵੀ ਕੈਨ ਪ੍ਰੂਵ ਟੂ ਦ ਆਫਿਸਰ ਦਿਸ ਸਟੂਡੈਂਟ ਵਿਲ ਐਕਚੁਅਲੀ ਗੋ ਟੂ ਸਟੱਡੀ, ਪੜ੍ਹਨ ਜਾਏਗਾ, ਉਹਦਾ ਕੀ ਫਾਇਦਾ ਹੋਣਾ ਕੋਰਸ ਦਾ ਔਰ ਵਾਪਸ ਕਿਉਂ ਆਏਗਾ। ਅਗਰ ਕਿਸੇ ਦੀ 1 ਵਾਰੀ ਜਾਂ 2 ਵਾਰੀ ਰਿਫਿਊਜ਼ਲ ਆ ਗਈ ਆ ਵਿਦਾਊਟ ਕੇਪ ਨੋਟਸ, ਵੀ ਨੈਵਰ ਪ੍ਰੋਸੈਸ ਦਾ ਫਾਈਲ ਅਗੇਨ। ਸਹੀ ਤਰੀਕੇ ਨਾਲ ਜਿਹੜੇ ਵੀ ਆਫਿਸਰ ਦੇ ਕੰਸਰਨਸ ਨੇ, ਤੁਸੀਂ ਅਗਰ ਉਸ ਕੰਸਰਨ ਨੂੰ ਜਸਟੀਫਾਈ ਕਰ ਸਕਦੇ ਆ, ਦੈਨ ਅਗੇਨ ਤੁਹਾਨੂੰ ਵੀਜ਼ਾ ਜ਼ਰੂਰ ਮਿਲ ਸਕਦਾ ਹੈ। ਸੋ ਅਗਰ ਤੁਹਾਡੇ ਕੋਲ ਕੇਪ ਨੋਟਸ ਵੀ ਨਹੀਂ ਨੇ ਔਰ ਤੁਹਾਡੇ ਕੋਲ ਤੁਹਾਡੀ ਪੁਰਾਣੀ ਫਾਈਲ ਵੀ ਨਹੀਂ ਹੈ ਔਰ ਤੁਸੀਂ ਬਿਨਾਂ ਕਿ ਸੋਚੇ ਸਮਝੇ ਜਾਂ ਕੁਝ ਵੀ ਉਸ ਫਾਰਮਸ ਦੇ ਵਿੱਚ ਦੁਬਾਰਾ ਫਿਲ ਕਰਦੇ ਨਵੀਂ ਐਪਲੀਕੇਸ਼ਨ ਵਿੱਚ, ਦੈਟ ਵਿਲ ਲੀਡ ਫॉर ਮਿਸਰੈਪ੍ਰੈਜ਼ੈਂਟੇਸ਼ਨ। ਤੁਹਾਨੂੰ ਆਫਿਸਰ ਜ਼ਰੂਰ ਇੱਕ ਚਾਂਸ ਦੇਗਾ, ਤੁਹਾਨੂੰ 30 ਡੇਜ਼ ਦਿੰਦੇ ਨੇ ਵੀ ਤੁਸੀਂ ਜਸਟੀਫਾਈ ਕਰੋ, ਤੁਸੀਂ ਪੁਰਾਣੀਆਂ ਫਾਈਲਸ ਵਿੱਚ ਇੱਦਾਂ ਸਾਰਾ ਮੈਂਸ਼ਨ ਕੀਤਾ ਸੀ, ਆਹ ਸਟੱਡੀ ਕੀਤੀ ਸੀਗੀ, ਆਹ ਨਾਲ ਦੇ ਡਾਕੂਮੈਂਟਸ ਅਟੈਚ ਕੀਤੇ ਸੀ ਔਰ ਹੁਣ ਤੁਸੀਂ ਇੱਦਾਂ ਕਹਿ ਰਹੇ ਹੋ। ਇਫ ਯੂ ਕੈਨ ਨਾਟ ਜਸਟੀਫਾਈ, ਦੈਟ ਵਿਲ ਲੀਡ ਫॉर ਮਿਸਰੈਪ੍ਰੈਜ਼ੈਂਟੇਸ਼ਨ ਐਂਡ ਆਲਸੋ ਰਿਜ਼ਲਟ ਇਨ 5 years ਬੈਨ। ਸੋ ਕਦੇ ਵੀ ਬਿਨਾਂ ਸੋਚੇ ਸਮਝੇ ਕੋਈ ਵੀ ਇਮੀਗ੍ਰੇਸ਼ਨ ਨੂੰ ਐਸਾ ਡਾਕੂਮੈਂਟ ਨਾ ਦਿਓ, that will lead for your file refusal or misrepresentation। ਸੋ ਅਗਰ ਤੁਹਾਡੀ ਫਾਈਲ ਆਲਰੇਡੀ 3-4 ਵਾਰੀ ਪਹਿਲਾਂ ਰਿਫਿਊਜ਼ ਹੋ ਚੁੱਕੀ ਹੈ ਤਾਂ ਨਵੀਂ ਸਟੱਡੀ ਪਰਮਿਟ ਐਪਲੀਕੇਸ਼ਨ ਲਈ ਜਲਦਬਾਜ਼ੀ ਕਦੀ ਨਾ ਕਰੋ, ਕਦੀ ਕਿਸੇ ਅਨਪ੍ਰੋਫੈਸ਼ਨਲ ਕੰਸਲਟੈਂਟ ਦੇ ਥਰੂ ਫਾਈਲ ਸਬਮਿਟ ਨਾ ਕਰੋ। ਆਲਵੇਜ਼ ਹੈਵ ਐਨ ICCRC ਮੈਂਬਰ ਰੈਪਰੈਜ਼ੈਂਟ ਯੋਰ ਕੇਸ ਇਨ ਕੈਨੇਡੀਅਨ ਹਾਈ ਕਮਿਸ਼ਨ। ਜਦੋਂ ਵੀ ਤੁਹਾਡੀ ਕੈਨੇਡਾ ਦੀ ਫਾਈਲ ਦੁਬਾਰਾ ਸਬਮਿਟ ਹੋਏਗੀ ਤਾਂ ICCRC ਮੈਂਬਰ ਗੋਨਾ ਪ੍ਰੈਜ਼ੈਂਟ ਦ ਫਾਈਲ ਦੀ ਬੈਸਟ ਪੋਸੀਬਲ ਵੇ। ਦੇ ਗੋਨਾ ਐਡ ਆਲ ਦੀ ਕੇਸ ਮੈਮੋ, ਜੋ ਵੀ ਕੇਸ ਬਰੀਫ ਨਾਲ ਅਟੈਚ ਕੀਤੇ ਨੇ, ਜੋ ਵੀ ਇਮੀਗ੍ਰੇਸ਼ਨ ਰੈਫਿਊਜੀ ਪ੍ਰੋਟੈਕਸ਼ਨ ਐਕਟ ਦੇ ਅਕੋਰਡਿੰਗ ਹੋਣਾ ਚਾਹੀਦਾ ਹੈ, ਉਹ ਸਾਰਾ ਕੁਝ ਅਟੈਚ ਕਰਕੇ ਨਾਲ ਸਬਮਿਟ ਕਰਨਗੇ ਤਾਂ ਕਿ ਵੀਜ਼ਾ ਆਫਿਸਰ ਨੂੰ ਜਸਟੀਫਾਈ ਕਰ ਦਿੱਤਾ ਜਾਵੇ। ਜੋ ਵੀ ਉਹਨਾਂ ਨੇ ਸਬ ਸੈਕਸ਼ਨ ਲਗਾਏ ਸੀਗੇ ਉਹਨੂੰ ਜਸਟੀਫਾਈ ਕਰਕੇ ਤੁਹਾਡੇ ਵੀਜ਼ਾ ਦੇ ਚਾਂਸਸ ਹੋਰ ਵੱਧ ਸਕਦੇ ਨੇ।
So if Canadian Immigration Consultancy Jalandhar, we are a member of ICCRC Canada. For more information, ਤੁਸੀਂ ਸਾਡੇ ਆਫਿਸ ਨੂੰ ਵਿਜ਼ਿਟ ਕਰੋ। Canadian Immigration Consultancy, Unit 209, 2nd floor, AGI Business Center, Gada Road, Jalandhar. You can give us a call at 62620 0070 95242 07777, or you can just follow us on Instagram and Facebook CIC077. ਤੁਸੀਂ ਸਾਡਾ YouTube ਦਾ ਚੈਨਲ ਸਬਸਕ੍ਰਾਈਬ ਕਰੋ, Canadian Immigration Consultancy. Hit the bell icon and you will get all the notifications. Thank you so much.